हाँ जी वेलकम बैक। की हाल चाल ने सारिਆਂ ਦੇ आई होप ਵਧੀਆ ਹੋਣਗੇ, ਤਿਆਰੀ ਵਧੀਆ ਚੱਲ ਰਹੀ ਹੋਊਗੀ। ਅੱਜ ਆਪਾਂ ਆਪਣਾ ਪੋਲਿਟੀ ਦਾ ਅਗਲਾ ਟੌਪਿਕ ਕਰਨ ਜਾ ਰਹੇ ਹਾਂ ਜਿਹਦਾ ਨਾਮ ਹੈਗਾ ਤੁਹਾਡਾ ਪਾਰਲੀਮੈਂਟ। ਚਲੋ ਯਾਰ ਸਿੱਧੇ ਹੋ ਕੇ ਬੈਠ ਜਾਓ ਯਾਰ, ਥੋੜਾ ਜਿਹਾ ਸੁਸਤੀ ਵਗੈਰਾ ਹਟਾਓ ਆਪਣੀ। ਟੌਪਿਕ ਦਾ ਨਾਮ ਹੈ ਯਾਰ, ਇਹਨੂੰ ਮਾਰਕੀਟਿੰਗ ਅਗਰ ਰੱਖਿਆ ਕਰੋ ਇੱਥੇ। ਟੌਪਿਕ ਦਾ ਨਾਮ ਹੈ ਆਪਣਾ ਪਾਰਲੀਮੈਂਟ, मतलब ਤੁਹਾਡੀ ਸੰਸਦ ਜਾਂ ਸੰਸਦ ਜਿਹਨੂੰ ਤੁਸੀਂ ਕਹਿੰਦੇ ਹੋ, ਜਿੱਥੇ ਬਹਿ ਕੇ ਤੁਹਾਡੇ ਕਾਨੂੰਨ ਬਣਦੇ ਹੈ। ਇਟ ਇਜ਼ ਦ ਲੈਜਿਸਲੇਟਿਵ ਆਰਗਨ ਆਫ ਦ ਗਵਰਨਮੈਂਟ। ਲੈਜਿਸਲੇਟਿਵ मतलब ਜੋ ਤੁਹਾਡੇ ਕੀ ਬਣਾਉਂਦੇ ਨੇ ਬੱਚਿਓ, ਕਾਨੂੰਨ ਬਣਾਉਣ ਵਾਲੇ ਆਰਗਨ ਨੂੰ ਕੀ ਕਹਿੰਦੇ ਆਪਾਂ, ਲੈਜਿਸਲੇਟਿਵ ਆਰਗਨ। ਤੇ ਕਾਨੂੰਨ ਇੰਪਲੀਮੈਂਟ ਕਰਨ ਵਾਲੇ ਨੂੰ ਕੀ ਕਹਿੰਦੇ ਆਪਾਂ, ਐਗਜ਼ੀਕਿਊਟਿਵ ਆਰਗਨ। ਇੰਪਲੀਮੈਂਟ ਕਰਨ ਵਾਲੇ ਨੂੰ ਕੀ ਕਹਿੰਦੇ ਐਗਜ਼ੀਕਿਊਟਿਵ ਆਰਗਨ। ਸਭ ਤੋਂ ਪਹਿਲਾ ਕੁਐਸਚਨ ਪੁੱਛੇਗਾ ਪੇਪਰ ਦੇ ਵਿੱਚ, ਪਾਰਲੀਮੈਂਟ ਦੇ ਕਿੰਨੇ ਪਾਰਟਸ ਹੁੰਦੇ ਆ? ਤੁਸੀਂ ਸਾਰਿਆਂ ਨੇ ਕਹਿਣਾ 2 ਤੇ ਮੈਂ ਕਹਿਣਾ ਗਲਤ। ਆਨਸਰ ਹੈ 3, ਲੋਕ ਸਭਾ, ਰਾਜ ਸਭਾ ਤੇ ਤੁਹਾਡਾ ਪ੍ਰੈਜ਼ੀਡੈਂਟ। ਸੁਣੋ ਜਿਹੜੇ ਬੱਚਿਆਂ ਨੂੰ ਪਤਾ ਹੋਏਗਾ ਸਰ 3 ਪਾਰਟਸ ਹੈ, ਚਲੋ ਮੈਨੂੰ ਆਹ ਦੱਸੋ ਯਾਰ, ਪ੍ਰੈਜ਼ੀਡੈਂਟ ਨੂੰ ਪਾਰਟ ਕਿਉਂ ਕਹਿੰਦੇ? ਉਹ ਤਾਂ ਬੈਠਦਾ ਵੀ ਨਹੀਂ ਮੀਟਿੰਗ 'ਚ। ਜਿਹਨਾਂ ਨੂੰ ਨਹੀਂ ਪਤਾ ਸੁਣ ਲਓ, ਪ੍ਰੈਜ਼ੀਡੈਂਟ ਨੂੰ ਆਪਾਂ ਪਾਰਲੀਮੈਂਟ ਦਾ ਪਾਰਟ ਇਸ ਲਈ ਕਹਿੰਦੇ ਆ ਕਿਉਂਕਿ ਕੋਈ ਵੀ ਬਿੱਲ ਹੈ ਉਹ ਪਾਰਲੀਮੈਂਟ ਦੇ ਵਿੱਚ ਪਾਸ ਤਾਂ ਹੀ ਹੋ ਪਾਏਗਾ ਅਗਰ ਉਹਦੇ ਉੱਪਰ ਸਾਈਨ ਕਿਹਦੇ ਹੋਣਗੇ, ਪ੍ਰੈਜ਼ੀਡੈਂਟ ਦੇ। ਸੋ ਪ੍ਰੈਜ਼ੀਡੈਂਟ ਇਜ਼ ਕਾਲਡ ਦਾ ਇੰਟੀਗਰਲ ਪਾਰਟ ਆਫ ਪਾਰਲੀਮੈਂਟ। ਹੀ ਇਜ਼ ਦਾ ਇੰਟੀਗਰਲ part of parliament. I hope ladies and gentlemen the point is clear। ਹੁਣ ਆਪਾਂ ਦੋਨੋਂ ਘਰਾਂ ਬਾਰੇ ਪੜਾਂਗੇ, ਲੋਕ ਸਭਾ ਬਾਰੇ ਵੀ ਤੇ ਤੁਹਾਡੇ ਰਾਜ ਸਭਾ ਬਾਰੇ ਵੀ। ਸੁਣੋ ਲੋਕ ਸਭਾ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਕਨਸੈਪਟ ਤੁਹਾਡਾ ਆਉਂਦਾ ਵੈ, ਲੋਕ ਸਭਾ ਦੇ ਵਿੱਚ ਜਿਹੜਾ ਪੇਪਰ 'ਚ ਕੁਐਸਚਨ ਪੁੱਛਿਆ ਜਾਂਦਾ ਵੈ, ਲੋਕ ਸਭਾ ਦਾ ਮੈਂਬਰ ਬਣਨ ਲਈ ਤੁਹਾਨੂੰ ਏਜ ਕਿੰਨੀ ਚਾਹੀਦੀ? ਮਿਨੀਮਮ 25 ਸਾਲ। ਇਹਦੇ ਲਈ ਇਲੈਕਸ਼ਨ ਕਿਵੇਂ ਹੋਣਗੇ? ਡਾਇਰੈਕਟਲੀ। डायरैक्ट इलैक्शनस। डायरैक्ट इलैक्शन मतलब ਆਪਾਂ ਲੋਕ ਵੋਟ ਪਾਵਾਂਗੇ ਲੋਕ ਸਭਾ ਦੇ ਇਲੈਕਸ਼ਨਾਂ 'ਚ। ਲੋਕ ਸਭਾ ਨੂੰ ਆਪਾਂ ਲੋਅਰ ਹਾਊਸ ਵੀ ਕਹਿੰਦੇ ਆ ਤੇ ਹੋਰ ਇਹਨੂੰ ਕੀ ਕਹਿੰਦੇ ਆ, ਹਾਊਸ ਆਫ ਪੀਪਲ। ਉਸੇ ਤਰ੍ਹਾਂ ਰਾਜ ਸਭਾ ਨੂੰ ਆਪਾਂ ਕਹਿੰਦੇ ਆ ਅਪਰ ਹਾਊਸ ਤੇ ਇਹਨੂੰ ਆਪਾਂ ਕਹਿੰਦੇ ਆ ਹਾਊਸ ਆਫ ਕਾਮਨ। ਠੀਕ ਹੈ ਜੀ। ਤੇ ਇੱਥੇ ਏਜ ਚਾਹੀਦੀ ਹੈ 30 ਈਅਰਸ ਐਂਡ ਇਹਨਾਂ ਦਾ ਮੈਂਬਰ ਬਣਨ ਲਈ 30 ਈਅਰਸ ਚਾਹੀਦੀ। ਤੇ ਇਲੈਕਸ਼ਨ ਕਿਵੇਂ ਹੁੰਦੇ? ਇਨਡਾਇਰੈਕਟ मतलब ਆਪਾਂ ਵੋਟ ਨਹੀਂ ਪਾਉਂਦੇ ਇੱਥੇ ਵੋਟ ਪਾਉਂਦੇ ਤੁਹਾਡੇ MLA ਸਾਹਿਬ। ਇਹਨਾਂ ਨੂੰ ਵੋਟ ਕੌਣ ਪਾਏਗਾ? ਤੁਹਾਡੇ MLAs ਮਿਲ ਕੇ ਵੋਟ ਪਾਉਂਦੇ ਹੈ। ਇੱਥੇ ਤੱਕ ਲਿਖੋ, ਫਿਰ ਤੁਹਾਨੂੰ ਮੈਂ ਦੱਸਦਾ ਜਿਹੜੇ ਪੇਪਰ 'ਚ ਤੁਹਾਨੂੰ ਕੁਐਸਚਨ ਆਏ ਹੋਏ ਹੈ ਕਿਵੇਂ ਕਿਵੇਂ ਪੁੱਛੇ ਗਏ ਹੈ। ਆਈ ਹੋਪ ਸਾਰਿਆਂ ਨੇ ਲਿਖ ਲਿਆ ਹੋਊਗਾ ਇੱਥੇ ਤੱਕ ਤੁਹਾਡਾ। चलो भाई तो चलिए आप अगे अगला पॉइंट। यार एक मिनट, वो यार इतने हाउस ऑफ कॉमन लिखता, सॉरी गलती नाल मैं, ये हाउस ऑफ एल्डर है। कॉमन यूके वाला याद आ गया मैनू। उत्थे हाउस लोअर हाउस या हाउस ऑफ पीपल आप हाउस ऑफ कॉमन कहने, बस अच्छा ही कर लेना। अपर हाउस आप कहने हाउस ऑफ एल्डर। हुण अगला पॉइंट कि तुहाडे टोटल स्ट्रेंथ कितनी हुंदी है इन्हां दे मैंबर्स दी। अरे डस्टर कहाँ रख दिया? कमाल करते हैं सर आप। चलो सुनो भाई, सब तो पहला जो पॉइंट है, लोक सभा दे विच टोटल बंदे किन्ने होंदे हैं? 552। मतलब मैक्सिमम स्ट्रेंथ किन्नी है इन्हां दी लोक सभा दी? 552। बट हुण प्रेजेंट किन्ने बंदे है? 543। क्योंकि 2 एंगलो इंडियन आप खत्म कर दिते है। एंगलो इंडियन तुहाडे ਉਹ ਬੰਦੇ ਹੁੰਦੇ ਆ ਜਿਨ੍ਹਾਂ ਦੇ ਮੰਮੀ ਜੀ ਜਾਂ ਪਾਪਾ ਜੀ ਦੋਨੋਂ 'ਚ ਕੋਈ ਅੰਗਰੇਜ਼ ਹੋਵੇ, ਉਹਨੂੰ ਕੀ ਕਹਿੰਦੇ ਆਪਾਂ? ਐਂਗਲੋ ਇੰਡੀਅਨ। ਤੇ ਰਾਜ ਸਭਾ ਦੇ ਵਿੱਚ ਟੋਟਲ ਸਟਰੈਂਥ ਹੁੰਦੀ ਹੈ 250। 238 ਬੰਦੇ ਤੁਹਾਡੇ ਆਉਂਦੇ ਆ ਸਟੇਟਸ ਪਲੱਸ ਯੂਨੀਅਨ ਟੈਰੀਟਰੀ 'ਚੋਂ ਤੇ 12 ਬੰਦੇ ਆਰ ਨੋਮੀਨੇਟਿਡ ਬਾਏ ਪ੍ਰੈਜ਼ੀਡੈਂਟ ਆਫ ਇੰਡੀਆ। 12 ਬੰਦਿਆਂ ਨੂੰ ਕੌਣ ਨੋਮੀਨੇਟ ਕਰਦਾ? ਤੁਹਾਡਾ ਪ੍ਰੈਜ਼ੀਡੈਂਟ ਆਫ ਇੰਡੀਆ। आई होप जेंटलमैन द पॉइंट इज क्लीयर। लोक सभा की स्ट्रेंथ भी पता लग गई, राज्य सभा की स्ट्रेंथ भी पता लग गई। हुण आप चलिए अगले पॉइंट पे, लोक सभा में डिस्कस करते हैं आप। देखो लोक सभा दे विच एक बंदा हुंदा है, मतलब काफ़ी बंदे हुंदे वैसे तो। लोक सभा की मीटिंग नूं प्रिसाइड कौन करता है? स्पीकर। मतलब लोक सभा के अफसर नूं की कहते हैं स्पीकर। उहदे नीचे कौन होएगा? तुहाडा डिप्टी स्पीकर। ਤੇ ਸਪੀਕਰ ਨੂੰ ਕੌਣ ਚੁਣਦਾ ਹੈ? ਸਪੀਕਰ ਨੂੰ ਲੋਕ ਸਭਾ ਦੇ ਮੈਂਬਰਸ ਹੀ ਆਪਸ 'ਚ ਚੁਣਦੇ ਨੇ। ਲੋਕ ਸਭਾ ਦੇ ਸਪੀਕਰ ਨੂੰ ਮੈਂਬਰਸ ਹੀ ਆਪਸ 'ਚ ਚੁਣਦੇ ਹੈ। ਤੇ ਸਪੀਕਰ ਯਾਦ ਰੱਖਣਾ ਤੇ ਹੋਰ ਇਹਦੇ ਵਿੱਚ ਯਾਦ ਰੱਖਣਾ, ਹੀ प्रिसाइड
मतलब ਇਹ ਕਿਹੜੀ ਮੀਟਿੰਗ ਦੀ ਪ੍ਰਧਾਨਗੀ ਕਰਦਾ ਹੈ? ਜੁਆਇੰਟ ਸੀਟਿੰਗ ਦੀ। ਅਰੇ ਜੁਆਇੰਟ ਸੀਟਿੰਗ ਕੀ ਹੁੰਦਾ ਹੈ? ਜੁਆਇੰਟ ਸੀਟਿੰਗ मतलब ਅਗਰ ਤੁਹਾਡੀ ਲੋਕ ਸਭਾ ਨੇ ਬਿੱਲ ਪਾਸ ਕਰਤਾ, ਰਾਜ ਸਭਾ ਨੇ ਬਿੱਲ ਨਹੀਂ ਪਾਸ ਕੀਤਾ, ਉਸ ਟਾਈਮ ਇਹਨਾਂ ਦੇ ਵਿੱਚ ਕੀ ਹੋ ਗਿਆ? ਲੜਾਈ ਹੋ ਗਈ ਯਾਰ। ਲੋਕ ਸਭਾ ਤਾਂ ਪਾਸ ਕਰ ਰਹੀ, ਰਾਜ ਸਭਾ ਪਾਸ ਨਹੀਂ ਕਰ ਰਹੀ ਹੈ। ਉਸ ਲੜਾਈ ਨੂੰ ਸੋਲਵ ਕਰਨ ਲਈ ਹੁੰਦੀ ਜੁਆਇੰਟ ਸੀਟਿੰਗ। ਤੇ ਜੁਆਇੰਟ ਸੀਟਿੰਗ ਦੀ ਪ੍ਰਧਾਨਗੀ ਹਮੇਸ਼ਾ ਕੌਣ ਕਰੇਗਾ? ਤੁਹਾਡਾ ਸਪੀਕਰ ਕਰੇਗਾ। ਅਗਲਾ ਪੁਆਇੰਟ ਸਪੀਕਰ ਦੀ ਪਾਵਰ ਦੱਸ ਰਹੇ ਹਾਂ। ਸਪੀਕਰ ਹੀ ਡਿਸਾਈਡ ਕਰਦਾ ਹੈ ਕਿ ਕੋਈ ਬਿੱਲ ਮਨੀ ਬਿੱਲ ਹੋਏਗਾ ਕਿ ਨਹੀਂ। मतलब किसी भी बिल ਨੂੰ अगर मनी बिल होना है कि नहीं होना, किदी मंजूरी लेनी पड़ेगी? स्पीकर की। अगर स्पीकर ने लिखता जी ये बिल मनी बिल है तो बिल की होएगा जी? मनी बिल हो जाएगा। आई होप द पॉइंट इज क्लियर जेंटलमैन। उस तो बाद थोड़ा अगला पॉइंट अपना आ भी हो गया अपना, ठीक है। तो स्पीकर की डेट, इलैक्शन की डेट को फिक्स करता है प्रेजिडेंट। स्पीकर के इलैक्शन की डेट इज डिसाइडेड बाय प्रेजिडेंट, वेयर एज डिप्टी स्पीकर के इलैक्शन की डेट कौन डिसाइड करता है? स्पीकर आप ही दस दिंदा कि भाजी वोट पैने हैं, आ जियो इस दिन। चलो जी, चलिए आप अगले कंसैप्ट ते हुण अपना लिख लिया होगा, स्क्रीनशॉट ले लेना अगर नहीं लिख पाए तो। हुण अगला आंदा है राज्य सभा वाला। राज्य सभा दे हैड नूं की कहने हैं जी? इहनूं कहने आपां चेयरमैन। तो याद रखना राज्य सभा का चेयरमैन हमेशा कौन हुंदा है? इंडिया का वाइस प्रेजिडेंट। राज्य सभा का चेयरमैन कौन होएगा? हमेशा इंडिया का वाइस प्रेजिडेंट। आई होप द फंडा इज क्लीयर। उस तो बाद तुहाडा चेयरमैन के नाल एक हुंदा है डिप्टी चेयरमैन। ठीक है जी, इन्ना फंडा क्लीयर। हुण आपां चलीए अगे। राज्य सभा के प्रधान का नाम भी पता लग गया, लोक सभा के प्रधान का भी नाम पता लग गया। हुण जे आपां बच्चों आपां अगला डिस्कस करन जाना है, वो तुहानूं मैं दसूंगा कि प्रोसीडिंग्स ऑफ पार्लियामेंट। ਇਹ ਇਹਨਾਂ ਦਾ 11 ਵਜੇ ਸ਼ੁਰੂ ਹੁੰਦਾ ਹੈ ਤੇ 5 ਤੇ 6 ਵਜੇ ਜਾ ਕੇ ਮੀਟਿੰਗ ਖਤਮ ਹੁੰਦੀ ਹੈ। 11 ਤੋਂ 12, 12 ਤੋਂ 1, 1 ਤੋਂ 2, ਫਿਰ 2 ਤੋਂ 5, 6 ਹੁੰਦਾ ਕਿਵੇਂ ਹੈ ਜੀ? ਜਿਹੜਾ ਤੁਹਾਡਾ ਸਭ ਤੋਂ ਪਹਿਲਾ ਕੋਈ ਆਵਰ ਹੁੰਦਾ ਨਾ 11 ਤੋਂ 12 ਵਾਲਾ, ਇਹਨੂੰ ਕਹਿੰਦੇ ਕੁਐਸਚਨ ਆਵਰ। 12 ਤੋਂ 1 ਵਾਲਾ ਜਿਹੜਾ ਆਵਰ ਹੁੰਦਾ ਇਹਨੂੰ ਕਹਿੰਦੇ ਜ਼ੀਰੋ ਆਵਰ। ਫਿਰ 2 ਘੰਟੇ ਲੜੇ ਆ ਬਈ, ਭੁੱਖ ਲੱਗੀ ਆਈ ਹੈ। ਹੁਣ ਇੱਥੇ ਹੋ ਗਿਆ ਲੰਚ। ਫਿਰ ਇਸ ਦੇ ਵਿੱਚ ਸਾਰੇ ਬਿੱਲ ਵਗੈਰਾ ਪਾਸ ਹੁੰਦੇ ਆ, ਮਤਲਬ ਰੈਗੂਲਰ ਬਿਜ਼ਨਸ ਆਫ ਦਾ ਹਾਊਸ। ਤੁਹਾਡੀ ਲੋਕ ਸਭਾ 2 ਤੋਂ 6 ਹੁੰਦੀ ਹੈ, ਰਾਜ ਸਭਾ 2 ਤੋਂ 5 ਹੁੰਦੀ ਹੈ। ਰਾਜ ਸਭਾ 2 ਤੋਂ 5, ਲੋਕ ਸਭਾ 2 ਤੋਂ 6। ਹੁਣ ਅਗਲਾ ਪੁਆਇੰਟ ਆਪਣਾ, ਹੁਣ ਸੁਣੋ, ਤੁਹਾਡੇ ਪਾਰਲੀਮੈਂਟ ਦੇ ਵਿੱਚ ਨਾ ਲੱਗਦੇ ਆ ਸੈਸ਼ਨ। ਪਾਰਲੀਮੈਂਟ ਦੇ ਟੋਟਲ 3 ਸੈਸ਼ਨ ਹੁੰਦੇ ਆ। ਬਜਟ, ਮੌਨਸੂਨ ਤੇ ਵਿੰਟਰ। ਲਿਖੋ ਤੁਹਾਡੇ 3 ਸੈਸ਼ਨ ਹੁੰਦੇ ਆ, ਬਜਟ ਸੈਸ਼ਨ, ਮੌਨਸੂਨ ਸੈਸ਼ਨ ਤੇ ਵਿੰਟਰ ਸੈਸ਼ਨ। ਜਿਹੜਾ ਤੁਹਾਡਾ ਬਜਟ ਸੈਸ਼ਨ ਹੈ ਇਹ ਸਟਾਰਟ ਹੁੰਦਾ ਹੈ ਫੈਬਰਰੀ ਤੋਂ ਕਿੱਥੇ ਤੱਕ ਜਾਂਦਾ ਹੈ? ਇਹ ਮਈ ਤੱਕ। ਫਿਰ ਜੂਨ ਦੀਆਂ ਛੁੱਟੀਆਂ ਹੋ ਜਾਂਦੀਆਂ, ਫਿਰ ਜੁਲਾਈ ਦੇ ਵਿੱਚ ਆਉਂਦੇ ਆ ਬੰਦੇ। ਇਹ ਜੁਲਾਈ ਤੋਂ ਲੈ ਕੇ ਸੈਪਟੈਂਬਰ ਤੱਕ। ਅਕਤੂਬਰ ਫਿਰ ਛੁੱਟੀ, ਆ 2 ਮਹੀਨੇ, ਨਵੰਬਰ ਤੋਂ ਲੈ ਕੇ ਦਸੰਬਰ ਤੱਕ। ਕੋਈ ਡਾਊਟ ਇੱਥੇ ਤੱਕ? ਕਿਵੇਂ ਪੁੱਛੋਗੇ ਇਹ ਵਿਚਾਰੇ ਤੁਸੀਂ? ਚਲੋ ਕੋਈ ਨਾ। ਹੁਣ ਅਗਲਾ ਕਨਸੈਪਟ ਸਮਝਣ ਵਾਲਾ ਇਹਦੇ ਵਿੱਚ 3 ਵਰਡਸ ਆਉਂਦੇ ਆ, ਐਡਜੋਰਨਮੈਂਟ, 2 ਚਲੋ 3 ਵੀ ਕਿਉਂ, ਐਡਜੋਰਨਮੈਂਟ ਤੇ ਪ੍ਰੋਰੋਗੇਸ਼ਨ। ਸਪੋਜ਼ ਕਰੋ ਲੋਕ ਸਭਾ ਵਾਲਿਆਂ ਦੀ ਮੀਟਿੰਗ ਚੱਲਦੀ ਪਈ ਹੈ, ਬਈ ਐਮਪੀ ਆਪਸ 'ਚ ਲੜ ਪਏ। ਯਾਰ ਜਦੋਂ ਐਮਪੀ ਆਪਸ 'ਚ ਲੜ ਪੈਣਗੇ ਉਸ ਟਾਈਮ ਜਿਹੜਾ ਸਪੀਕਰ ਹੈ ਉਹ ਤੰਗ ਆ ਜਾਊਗਾ, ਯਾਰ ਕੀ ਤੁਸੀਂ ਜਲੂਸ ਕੱਢਿਆ ਹੋਇਆ ਲੋਕ ਸਭਾ ਦਾ। ਉਸ ਟਾਈਮ ਤੁਹਾਡਾ ਲੋਕ ਸਭਾ ਦਾ ਸਪੀਕਰ ਕਹੇਗਾ ਮੈਂ ਸਦਨ की कार्यवाही थोड़ी देर के लिए स्थगित करता हूँ। ਜਦੋਂ ਤੁਹਾਡਾ ਸਪੀਕਰ ਥੋੜੀ ਦੇਰ ਲਈ ਘਰ ਦੀ ਕਾਰਵਾਈ ਨੂੰ ਸਥਗਿਤ ਕਰ ਦੇ, ਉਹਨੂੰ ਕੀ ਕਹਿੰਦੇ ਆਪਾਂ? ਐਡਜੋਰਨਮੈਂਟ। ਦ ਹਾਊਸ ਇਜ਼ ਐਡਜੋਰਨਡ। ਹੁਣ ਤੁਹਾਡੇ 3 ਸੈਸ਼ਨ ਚੱਲਦੇ ਪਏ, ਬਜਟ, ਮੌਨਸੂਨ ਤੇ ਵਿੰਟਰ। ਅਗਰ ਬਜਟ ਸੈਸ਼ਨ ਖਤਮ ਹੋ ਚੁੱਕਿਆ ਵਾ, ਖਤਮ ਹੋਣ ਵਾਲਾ ਵਾ, ਆਪਾਂ ਸਾਰਿਆਂ ਨੂੰ ਘਰੇ ਭੇਜਣਾ ਹੈ। ਸਾਰਿਆਂ ਨੂੰ ਘਰੇ ਭੇਜਣਾ ਕਿ ਆਪਾਂ ਹੁਣ ਅਗਲੇ ਸੈਸ਼ਨ 'ਚ ਮਿਲਾਂਗੇ। ਤਦ ਆਪਾਂ ਹਾਊਸ ਨੂੰ ਕੀ ਕਰਦੇ ਆ? ਪ੍ਰੋਰੋਗ। ਹਾਊਸ ਨੂੰ ਪ੍ਰੋਰੋਗ ਹਮੇਸ਼ਾ ਤਦ ਕੀਤਾ ਜਾਂਦਾ ਹੈ ਜਦੋਂ ਆਪਾਂ ਸਾਰਿਆਂ ਨੂੰ ਕਿੱਥੇ ਭੇਜਣਾ ਹੋਵੇ? ਘਰੇ, ਕਿ ਵੀਰੇ ਘਰੋਂ ਘਰੀ ਪਹੁੰਚੋ, ਆਪਾਂ ਤੁਹਾਨੂੰ ਅਗਲੇ ਸੈਸ਼ਨ 'ਚ ਬੁਲਾਵਾਂਗੇ। ਤੇ ਪ੍ਰੋਰੋਗੇਸ਼ਨ ਦੀ ਪਾਵਰ ਕਿਹਦੇ ਕੋਲ ਰਹਿੰਦੀ ਹੈ? ਪ੍ਰੈਜ਼ੀਡੈਂਟ ਕੋਲ। ਪ੍ਰੋਰੋਗੇਸ਼ਨ ਦੀ ਪਾਵਰ ਤੁਹਾਡੀ ਕਿਹਦੇ ਕੋਲ ਹੈ? ਪ੍ਰੈਜ਼ੀਡੈਂਟ ਦੇ ਕੋਲ।
ਤੁਹਾਨੂੰ ਇਹ ਐਸਐਸसी ਦੇ ਵਿੱਚ ਕਾਫੀ ਵਾਰ ਕੁਐਸਚਨ ਆਇਆ, ਤੁਹਾਨੂੰ ਪੇਪਰ 'ਚ ਵੈਸੇ ਵੀ ਪੁੱਛ ਲੈਂਦਾ ਹੁੰਦਾ ਇਹਦੇ ਬਾਰੇ ਕਿ ਪ੍ਰੋਰੋਗੇਸ਼ਨ ਦੀ ਪਾਵਰ ਕਿਹਦੇ ਕੋਲ ਹੁੰਦੀ ਹੈ ਤੇ ਆਪਣੀ ਐਡਜੋਰਨਮੈਂਟ ਦੀ ਪਾਵਰ ਕਿਹਦੇ ਕੋਲ ਹੁੰਦੀ ਹੈ। ਚਲੋ ਆਈ ਹੋਪ ਦ ਫੰਡਾ ਇਜ਼ ਕਲੀਅਰ। ਹੁਣ ਇਹਦੇ ਵਿੱਚ ਇੱਕ ਟੌਪਿਕ ਆਉਂਦਾ ਤੁਹਾਡਾ ਜੁਆਇੰਟ ਸਿਟਿੰਗ ਆਫ ਪਾਰਲੀਮੈਂਟ। ਜੁਆਇੰਟ ਸਿਟਿੰਗ ਆਫ ਪਾਰਲੀਮੈਂਟ। ਹੁਣ ਦੇਖੋ ਬੱਚੋ, ਜੁਆਇੰਟ ਸਿਟਿੰਗ ਆਫ ਪਾਰਲੀਮੈਂਟ ਪੇਪਰ ਪੁੱਛਦਾ ਕਿਹੜੇ ਆਰਟੀਕਲ ਦੇ ਵਿੱਚ ਹੈ, 108 ਦੇ ਵਿੱਚ ਹੈ, ਕਿਹੜੇ ਸੰਵਿਧਾਨ ਤੋਂ ਲਈ ਹੈ, ਕਿਹੜੀ ਕੰਟਰੀ ਤੋਂ ਉਹਦਾ ਆਈਡੀਆ ਲਿਆ, ਆਸਟ੍ਰੇਲੀਆ ਤੋਂ ਲਿਆ ਹੋਇਆ ਤੇ ਅੱਜ ਤੱਕ ਕਿੰਨੀ ਵਾਰ ਹੋਈ ਹੈ, 3 ਟਾਈਮਸ ਅੱਜ ਤੱਕ ਇਹ ਹੋ ਚੁੱਕੀ ਹੈ। ਕਿਹੜੀ ਤੁਹਾਡੀ ਜੁਆਇੰਟ ਸਿਟਿੰਗ ਆਫ ਪਾਰਲੀਮੈਂਟ। ਇਹਨੂੰ ਬੁਲਾਉਂਦਾ ਕੌਣ ਹੈ? ਪ੍ਰੈਜ਼ੀਡੈਂਟ। ਇਹਦੀ ਪ੍ਰਧਾਨਗੀ ਕੌਣ ਕਰਦਾ? ਸਪੀਕਰ। ਧਿਆਨ ਰੱਖਣਾ, ਬੁਲਾਉਂਦਾ ਪ੍ਰੈਜ਼ੀਡੈਂਟ ਹੈ, ਪ੍ਰਧਾਨਗੀ ਕੌਣ ਕਰਦਾ ਹੈ ਇਹਦਾ? ਸਪੀਕਰ। ਠੀਕ ਹੈ ਜੀ, ਆ ਤੁਹਾਡਾ ਸੀਗਾ ਜੁਆਇੰਟ ਸਿਟਿੰਗ ਆਫ ਪਾਰਲੀਮੈਂਟ। ਹੁਣ ਜਿੱਥੇ ਤੱਕ ਤੁਹਾਡਾ ਕਨਸੈਪਟ ਪੇਪਰ ਹੈ, ਤੁਹਾਨੂੰ ਇਸ ਤੋਂ ਉੱਪਰ ਕੁਐਸਚਨ ਨਹੀਂ ਪੁੱਛਦਾ। ਉਹ 2 ਚੀਜ਼ਾਂ ਹੈਗੀਆਂ ਦੱਸਣ ਵਾਲੀਆਂ। ਇੱਕ ਤਾਂ ਪੁੱਛ ਲੈਂਦਾ ਹੈ ਤੁਹਾਡੀ ਲੋਕ ਸਭਾ ਦਾ ਪਹਿਲਾ ਸਪੀਕਰ ਕੌਣ ਸੀਗਾ। ਲੋਕ ਸਭਾ ਦਾ ਪਹਿਲਾ ਸਪੀਕਰ ਦਾ ਨਾਮ ਹੈ GV ਮਾਵਲੰਕਰ। ਤੇ ਡਿਪਟੀ ਸਪੀਕਰ ਦੇ ਨਾਮ ਪੁੱਛ ਲੈਂਦਾ ਹੈ, ਤੇ ਡਿਪਟੀ ਸਪੀਕਰ ਦਾ ਨਾਮ ਸੀਗਾ ਅਨੰਤ ਸਵਾਮੀ ਅਯਨਗਰ। ਅਨੰਤ ਸਵਾਮੀ ਅਯਨਗਰ। ਆ ਤੁਹਾਡੇ ਸੀਗੇ ਡਿਪਟੀ ਸਪੀਕਰ, ਆ ਭਾਈ ਸਾਹਿਬ ਸੀਗੇ ਸਪੀਕਰ। ਹੁਣ ਇਸੇ ਦੇ ਨਾਲ ਤੁਹਾਡੇ MCQs ਹੈ, ਉਹਨੂੰ ਸੋਲਵ ਕਰਨਾ, ਆਨਸਰ ਉਹਦੇ ਵਿੱਚ ਦਿੱਤੇ ਹੋਏ ਆ। ਡਿਸਕਸ ਤਾਂ ਨਹੀਂ ਕਰ ਰਿਹਾ ਕਿਉਂਕਿ ਸੌਖੇ ਜਿਹੇ ਕੁਐਸਚਨਸ ਹੀ ਹੈ ਤੁਹਾਡੇ ਸਾਰੇ ਇਹ। ਠੀਕ ਹੈ ਜੀ, ਮਿਲਦੇ ਆ ਅਗਲੇ ਲੈਕਚਰ ਦੇ ਵਿੱਚ। ਹੁਣ ਆਪਾਂ